ਵਾਰ 16ਵੀਂ ਪੌੜੀ 20ਵੀਂ। शास्त्र सिमरत वेद लख महाभारत रामायण मेले सार गीता लख भागवत जोतक वैद चलांती खेले। वाहिगुरु जी का खालसा वाहिगुरु जी की फतेह। शास्त्र सिमरत वेद लख महाभारत रामायण मेले। ਭਾਈ ਗੁਰਦਾਸ ਜੀ ਇਸ 20ਵੀਂ ਪੌੜੀ ਦੇ ਵਿੱਚ ਆਪਾਂ ਨੂੰ ਇੱਕ ਸੱਚਾਈ ਦੱਸਦੇ ਹਨ। ਕਹਿੰਦੇ ਭਾਵੇਂ ਦੁਨੀਆ ਦੇ ਵਿੱਚ ਕਿੰਨੇ ਧਰਮ ਗ੍ਰੰਥ ਹਨ, ਇਹ ਧਰਮ ਗ੍ਰੰਥ ਜਿਹੜੇ ਹਨ ਇਹ ਸਮੇਂ ਵਿੱਚ ਲਿਖੇ ਹੋਏ, ਜਿਨ੍ਹਾਂ ਨੂੰ ਪੜ੍ਹ ਕਰਕੇ ਬੜੇ ਮਨੁੱਖਾਂ ਨੇ ਜਿਹੜਾ ਹੈ ਪਰਮਾਤਮਾ ਦੇ ਗੁਣ ਗਾਏ, ਪਰ ਇਹਨਾਂ ਨੂੰ ਗੁਰਬਾਣੀ ਦੇ ਬਰਾਬਰ ਨਹੀਂ ਆਪਾਂ ਕਰ ਸਕਦੇ। ਗੁਰਬਾਣੀ ਜਿਹੜੀ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਉਹ ਸਿਰਮੌਰ ਹਨ, ਇਹਨਾਂ ਸਾਰਿਆਂ ਤੋਂ ਸਰਵੋਤਮ ਉੱਚੇ ਹਨ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਉਹ ਆਪ ਪਰਮੇਸ਼ਰ ਹੈ, ਆਪ ਗੁਰੂ ਰੂਪ ਹੈ। ਸੋ ਇਸ ਕਰਕੇ ਕੋਈ ਵੀ ਜਿਹੜਾ ਹੈ ਐਸਾ ਗਲਤੀ ਨਾ ਕਰੇ ਕਿ ਉਹਨਾਂ ਨੂੰ ਬਰਾਬਰੀ ਜਾਂ ਉਹਨਾਂ ਨੂੰ ਜਿਹੜਾ ਹੈ ਕੰਪੈਰੀਜ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਹੋਰ ਧਰਮ ਗ੍ਰੰਥਾਂ ਨਾਲ ਕੀਤਾ ਜਾਵੇ, ਕਿਉਂਕਿ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਆਪਣੀ ਜਾਗਦੀ ਜੋਤ ਹਨ, ਆਪ ਗੁਰੂ ਰੂਪ ਹਨ, ਆਪ ਪਰਮੇਸ਼ਰ ਹਨ, ਤੇ ਉਹਨਾਂ ਦੇ ਬਰਾਬਰ ਤੇ ਕੋਈ ਵੀ ਗ੍ਰੰਥ ਹੋਰ ਨਹੀਂ ਆ ਸਕਦਾ, ਕਿਉਂਕਿ ਉਹ ਬਾਕੀ ਦੇ ਗ੍ਰੰਥ ਤਾਂ ਸਿਰਫ ਪਰਮੇਸ਼ਰ ਦੇ ਬਾਰੇ ਦੱਸਦੇ ਹਨ, ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਆਪ ਪਰਮੇਸ਼ਰ ਹਨ। ਸੋ ਇਸ ਗੱਲ ਨੂੰ ਸਿੱਧ ਕਰਨ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਸ਼ਾਸਤਰ ਸਿਮਰਤ ਵੇਦ ਲਖ। ਦੇਖੋ ਕਿੰਨੇ ਜਿਹੜੇ ਹਨ, ਜਿੰਨੇ ਵੀ ਸ਼ਾਸਤਰ ਹਨ, ਸੋ 6 ਸ਼ਾਸਤਰ ਮੰਨੇ ਹਨ, ਅੱਗੇ 27 ਸਿਮਰਤੀਆਂ ਹਨ ਤੇ 4 ਵੇਦ ਹਨ। ਮਹਾਭਾਰਤ ਰਾਮਾਇਣ ਮੇਲੇ। ਫਿਰ ਮਹਾਭਾਰਤ, ਸੋ ਮਹਾਭਾਰਤ ਇਹ ਵੀ ਹੈ ਜੋ ਗ੍ਰੰਥ ਹੈ ਜੋ ਦੁਆਪਰ ਯੁੱਗ ਵਿੱਚ ਲਿਖਿਆ ਗਿਆ, ਤੇ ਜੋ ਰਾਮਾਇਣ ਹੈ, ਸੋ ਰਾਮਾਇਣ ਜੋ ਤ੍ਰੇਤੇ ਯੁੱਗ ਦਾ ਗ੍ਰੰਥ ਹੈ, ਜਿਹੜਾ ਕਿ ਰਾਮਚੰਦਰ ਦਾ ਜਿਹੜਾ ਹੈ ਜੀਵਨ ਹੈ। ਮਹਾਭਾਰਤ ਜੋ ਕ੍ਰਿਸ਼ਨ ਭਗਵਾਨ ਦਾ ਉਹਨਾਂ ਦਾ ਜੀਵਨ ਹੈ, ਤਾਂ ਉਹਨਾਂ ਦੀਆਂ ਘਟਨਾਵਾਂ ਉਹਦੇ ਵਿੱਚ ਲਿਖੀਆਂ ਹੋਈਆਂ ਹਨ, ਉਹਨਾਂ ਦੇ ਸਮੇਂ ਦੀਆਂ। ਸੋ ਇਹ ਸਾਰੇ ਇਤਿਹਾਸ ਜੋ ਇਹ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਸਾਰ ਗੀਤਾ ਲਖ ਭਾਗਵਤ। ਤੇ ਸਾਰ ਗੀਤਾ, ਸੋ ਗੀਤਾ ਜਿਹੜੀ ਹੈ ਜਿਹਦੇ ਵਿੱਚ ਸ੍ਰੀ ਕ੍ਰਿਸ਼ਨ ਦਾ ਜੋ ਉਪਦੇਸ਼ ਅਰਜੁਨ ਨੂੰ ਦਿੱਤਾ ਹੋਇਆ ਗਿਆਨ ਉਪਦੇਸ਼ ਉਹ ਹੈ, ਜਾਂ ਸਪਤ ਸ਼ਲੋਕੀ ਜਿਹੜੀ ਗੀਤਾ ਹੈ ਲੱਖ ਜਾਣਨਾ ਕਰੋ। ਸੋ ਅੱਗੇ ਭਾਗਵਤ ਜਿਹੜਾ ਹੈ ਜੋਤਕ ਵੈਦ ਚਲਾਂਤੀ ਖੇਲੇ। ਫਿਰ ਦੇਖੋ ਅੱਗੇ ਹੋਰ ਵੀ ਗ੍ਰੰਥ ਹਨ ਜੋ ਜੋਤਕ ਹਨ, ਜੋਤਸ਼ੀ ਜਿਹੜੇ ਹਨ, ਐਸਟ੍ਰੋਲੋਜੀਕਲ ਜਿਹੜੇ ਗ੍ਰੰਥ ਹਨ ਉਹ ਵੀ ਬਹੁਤ ਹਨ। ਫਿਰ ਵੈਦ ਜਿਹੜੇ ਵੈਦ ਵਾਲੇ ਹਨ, ਜੋ ਮੈਡੀਕਲ ਗ੍ਰੰਥ ਕਹਿ ਲਈਏ ਜਾਂ ਇਹਨਾਂ ਨੂੰ ਆਯੁਰਵੈਦਿਕ ਜਿਹੜੇ ਹਨ ਗ੍ਰੰਥ ਕਹਿ ਲਈਏ, ਸੋ ਜਿਨ੍ਹਾਂ ਵਿੱਚ ਮੈਡੀਕਲ ਜਾਂ ਜਿਹੜੀਆਂ ਹਨ ਹੈਲਥ ਬਾਰੇ ਲਿਖਿਆ ਹੋਇਆ ਹੈ। ਕਹਿੰਦੇ ਚਲੰਤੀ ਖੇਲੇ, ਸੋ ਇਹ ਸਾਰੇ ਚਲੰਤੀ ਚੱਲਣ ਵਾਲੇ ਹਨ, ਜੋ ਇਸ ਮਾਇਆ ਦੀ ਖੇਡ ਦੇ ਵਿੱਚ ਚੱਲਣ ਵਾਲੇ ਹਨ, ਕਿਉਂਕਿ ਕਈ ਗ੍ਰੰਥਾਂ ਦੇ ਵਿੱਚ ਐਸੀਆਂ ਬੂਟੀਆਂ ਲਿਖੀਆਂ ਹੋਈਆਂ ਹਨ ਜਿਹੜੀਆਂ ਅੱਜ ਨਹੀਂ ਮਿਲਦੀਆਂ, ਸੋ ਜੋ ਹੁੰਦੀਆਂ ਵੀ ਹਨ ਤਾਂ ਬੜੀਆਂ ਘਟਨ ਜਿਹੜੀਆਂ ਹਨ ਬੜੀਆਂ ਔਖੀਆਂ ਮਿਲਦੀਆਂ ਹਨ। ਸੋ ਇਸ ਕਰਕੇ ਕਹਿੰਦੇ ਚਲੰਤੀ ਖੇਲੇ, ਇਹ ਤਾਂ ਸੰਸਾਰ ਦੇ ਚੱਲਦੇ ਹੋਏ ਖੇਡ ਨੂੰ ਦੱਸਣ ਵਾਲੇ ਗ੍ਰੰਥ ਹਨ। ਜਿਸ ਤਰ੍ਹਾਂ ਸੰਸਾਰ ਚੱਲਦਾ ਹੈ ਉਸ ਨੂੰ ਦੱਸਿਆ ਜਾਂਦਾ ਹੈ, ਪਰ ਦੇਖੋ ਉਹ ਜਿਹੜਾ ਹਨ ਸੰਸਾਰ ਦੇ ਵਿੱਚ ਸੰਸਾਰ ਵਾਸਤੇ ਹੀ ਲਿਖੇ ਗਏ ਹਨ, ਤੇ ਸੰਸਾਰ ਵਾਲੇ ਹੀ ਇਹਨਾਂ ਨੂੰ ਪੜ੍ਹ ਕੇ ਇਹਨਾਂ ਤੋਂ ਕੁਝ ਸਿੱਖਿਆ ਲੈ ਸਕਦੇ ਹਨ। ਤੇ ਇਹ ਗ੍ਰੰਥ ਇੱਕ ਸਮੇਂ ਵਾਸਤੇ ਲਿਖੇ ਗਏ, ਇੱਕ ਸਮੇਂ ਦੇ ਵਿੱਚ ਇੱਕ ਸਮੇਂ ਦੇ ਅਨੁਕੂਲ ਹੋ ਕੇ ਲਿਖੇ ਗਏ, ਕੋਈ ਇਵੈਂਟ ਦੇ ਕਰਕੇ, ਕੋਈ ਜਿਹੜੇ ਹਨ ਓਕੇਸ਼ਨ ਕਰਕੇ, ਜਾਂ ਜਿਹੜਾ ਹਨ ਕਿਸੇ ਗੱਲ ਕਰਕੇ ਲਿਖੇ ਗਏ ਹਨ। ਇਹਨਾਂ ਦਾ ਜਿਹੜਾ ਪਰਪਸ ਹੈ, ਇਹ ਫੋਕਸ ਜਿਹੜਾ ਪਰਪਸ ਇੱਕ ਸਮੇਂ ਦਾ, ਇੱਕ ਜਿਹੜਾ ਹਨ ਪ੍ਰੋਫਿਟ ਦਾ, ਇੱਕ ਅਵਤਾਰ ਦੇ ਨਾਲ ਸੰਬੰਧ ਰੱਖਣ ਵਾਲੇ ਇਹ ਗ੍ਰੰਥ ਹਨ। ਇਸ ਕਰਕੇ ਇਹ ਚਲੰਤੀ ਖੇਲੇ, ਇਹ ਚੱਲਦੇ ਹੋਏ ਪਰਮਾਤਮਾ ਦੀ ਖੇਡ ਦੇ ਬਣਾਏ ਹੋਏ ਗ੍ਰੰਥ ਹਨ ਰਿਸ਼ੀ ਮੁਨੀਆਂ ਨੇ। 14 ਵਿਦਿਆ ਸਾਂਗੀਤ। ਫਿਰ ਦੇਖੋ 14 ਵਿਦਿਆ, 14 ਤਰ੍ਹਾਂ ਦੀਆਂ ਵਿਦਿਆ ਮੰਨੀਆਂ ਗਈਆਂ ਹਨ। ਸੋ ਇਸ ਦੇ ਨਾਲ ਜਿਹੜਾ ਹਨ ਸਵੈੰਗਤ ਹੁੰਦਾ ਹੈ, ਜਿਵੇਂ ਗਾਇਤਰੀ ਮੰਤਰ ਹੁੰਦੇ ਨੇ,
ਜੋ ਹਿੰਦੂ ਲੋਕ ਪੜ੍ਹਦੇ ਹਨ ਜਾਂ ਮੁਸਲਮਾਨਾਂ ਦੇ ਵੀ ਇਹ ਮੰਤਰ ਹਨ। ਸੋ ਇਸ ਤਰ੍ਹਾਂ ਕਰਕੇ ਜਿਹੜੇ ਹਨ ਕਹਿੰਦੇ ਇਹ ਸਾਰੇ ਜਿਹੜੇ ਹਨ 14 ਵਿਦਿਆ, ਹੋਰ 14 ਵਿਧੀਆਂ ਜਿਹੜੀਆਂ ਹਨ ਸਾਰੀਆਂ ਜਿਹੜੀਆਂ ਇਨਸਾਨ ਨੂੰ ਜਿਹੜੀਆਂ ਹਨ ਆਉਣੀਆਂ ਚਾਹੀਦੀਆਂ ਹਨ, ਜਿਹਦੇ ਵਿੱਚ ਜਿਹੜੀਆਂ ਹਨ ਜਿਵੇਂ ਜਿਹੜਾ ਹਨ ਜੰਗ ਕਿਵੇਂ ਕਰਨਾ, ਪੜ੍ਹਨਾ ਕਿਵੇਂ ਹੈ, ਉਹ ਸਾਰਾ। ਸੋ ਇਹ ਸਾਰੇ ਗੁਣ ਹਨ। ਸੋ ਇਹ 14 ਵਿਦਿਆ ਨੂੰ ਲੈ ਕੇ ਜਿਹੜੇ ਗਾਇਤਰੀ ਮੰਤਰ ਅਥਵਾ ਸਾਰੇ ਜਿਹੜੇ ਹੋਰ ਮੰਤਰ ਹਨ, ਬ੍ਰਹਮੇ ਵਿਸ਼ਨ ਮਹੇਸ਼ਰ ਭੇਲੇ। ਦੇਖੋ ਇਹ ਜਿਹੜੇ ਭੇਲੇ, ਇਹ ਸਾਰੇ ਗ੍ਰੰਥ ਜਿਹੜੇ ਹਨ ਇਹਨਾਂ ਨੂੰ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ਰ ਇਹਨਾਂ ਦੇ ਰਾਹੀਂ ਇਹਨਾਂ ਨੂੰ ਲਿਖਿਆ ਗਿਆ। ਤਾਂ ਇਹਨਾਂ ਨੂੰ ਸਰਵੋਤਮ ਕਰਕੇ ਕਈਆਂ ਗ੍ਰੰਥਾਂ ਦੇ ਵਿੱਚ ਤਾਂ ਇਹਨਾਂ ਦੀ ਪੂਜਾ ਲਿਖੀ ਹੋਈ ਹੈ, ਇਹਨਾਂ ਦੇ ਮੰਤਰ ਲਿਖੇ ਗਏ ਹਨ ਵੀ ਕਿਸ ਤਰ੍ਹਾਂ ਸ਼ਿਵ ਜੀ ਨੂੰ ਖੁਸ਼ ਕਰਨਾ ਹੈ, ਵਿਸ਼ਨੂੰ ਜੀ ਨੂੰ ਖੁਸ਼ ਕਰਨਾ ਹੈ, ਬਰਮਾ ਜੀ ਦੀ ਉਸਤਤ ਕਿਵੇਂ ਗਾਉਣੀ ਹੈ। ਸੋ ਇਸ ਤਰ੍ਹਾਂ ਕਰਕੇ ਇਹ ਸਾਰੇ ਜਿਹੜਾ ਹਨ ਇਹ ਤਿੰਨ ਦੇਵਤੇ ਤ੍ਰਿਮੂਰਤੀ ਦੇ ਜਿਹੜੇ ਹਨ ਲਿਖੇ ਹੋਏ ਹਨ ਉਹਨਾਂ ਬਾਰੇ। ਸਨਕਾਦਿਕ ਲਖ ਨਾਰਦਾ। ਦੇਖੋ ਫਿਰ ਸਨਕਾਦਿਕ, ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ। ਸੋ ਇਹ ਜਿਹੜੇ 4 ਪੁੱਤਰ ਬਰਮਾ ਦੇ ਹਨ ਕਹਿੰਦੇ ਲੱਖ ਇਹਨਾਂ ਨੂੰ ਇਹਨਾਂ ਦੇ ਰਾਹੀਂ ਲਖਣਾ ਕੀਤਾ, ਜਿਨ੍ਹਾਂ ਜਾਣਨਾ ਕੀਤਾ। ਫਿਰ ਨਾਰਦ ਪੁਰਾਣ ਹੈ, ਉਹਨੇ ਜਿਹੜਾ ਉਹ ਗ੍ਰੰਥ ਹੈ। ਫਿਰ ਸੁਕ ਜਿਹੜਾ ਸੁਖਦੇਵ ਮੁਨੀ ਹੈ, ਸੁਖ ਬਿਆਸ ਲਖ ਸੇਖ ਨਵੇਲੇ। ਫਿਰ ਦੇਖੋ ਜਿਹੜਾ ਸੁਖਦੇਵ ਹੋਇਆ, ਉਸ ਤੋਂ ਬਾਅਦ ਵਿਆਸ ਜੀ ਜੋ ਰਿਸ਼ੀ ਹੋਏ ਹਨ ਤੇ ਉਹਨਾਂ ਨੇ ਵੀ ਬੜੇ ਜਿਹੜੇ ਹਨ ਗ੍ਰੰਥ ਲਿਖ ਕੇ ਪਰਮਾਤਮਾ ਨੂੰ ਲਿਖਣਾ ਚਾਹਿਆ। ਅੱਗੇ ਕਹਿੰਦੇ ਸੇਖ ਹੈ, ਸੋ ਸ਼ੇਸ਼ ਨਾਗ ਹੈ, ਜੋ ਕਹਿੰਦੇ ਨਵੇਲੇ ਹਰ ਰੋਜ਼ ਨਵਾਂ ਨਾਂ ਲੈ ਕੇ ਪਰਮਾਤਮਾ ਦਾ ਜਪਦਾ ਹੈ, ਸਿਮਰਨ ਕਰਦਾ ਹੈ। ਗਿਆਨ ਧਿਆਨ ਸਿਮਰਨ ਕਣੇ। ਦੇਖੋ ਗਿਆਨ ਦੇ ਜਿਹੜਾ ਹਨ ਗਿਆਨ ਦੇ ਭੰਡਾਰੇ ਕਿੰਨੇ ਹਨ, ਕਿੰਨੇ ਤਰ੍ਹਾਂ ਦੇ ਗਿਆਨ ਹਨ ਸੰਸਾਰ ਦੇ ਵਿੱਚ ਜਿਹੜੇ ਇਹ ਗ੍ਰੰਥਾਂ ਵਿੱਚ ਵੀ ਲਿਖੇ ਹੋਏ ਹਨ। ਤੇ ਇਹ ਗਿਆਨ ਜਿਹੜੇ ਹਨ ਬੜੇ ਪ੍ਰਕਾਰ ਕਰਕੇ ਬੜੇ ਤਰੀਕਿਆਂ ਦੇ ਨਾਲ ਇਹਨਾਂ ਨੂੰ ਪੇਸ਼ ਕੀਤਾ ਗਿਆ ਹੈ। ਬੜੇ ਦ੍ਰਿਸ਼ਟਾਂਤ ਐਗਜ਼ਾਮਪਲਸ ਦੇ ਕੇ ਇਹਨਾਂ ਨੂੰ ਬੜੀ ਪੋਇਟਰੀ ਦੇ ਵਿੱਚ ਜਿਹੜਾ ਹਨ ਪਿੰਗਲ ਦੇ ਵਿੱਚ ਦੱਸਿਆ ਗਿਆ ਹੈ। ਅੱਗੇ ਧਿਆਨ, ਕਿੰਨੇ ਤਰ੍ਹਾਂ ਦੇ ਧਿਆਨ ਹਨ। ਸੋ ਇਹ ਸਾਰੇ ਧਿਆਨ ਜਿਹੜੇ ਹਨ। ਫਿਰ ਸਿਮਰਨ ਵਾਸਤੇ ਕਿੰਨੇ ਹੀ ਨਾਮ ਪਰਮਾਤਮਾ ਦੇ ਹਨ। ਦਰਸ਼ਨ ਵਰਨ ਗੁਰੂ ਬਹੁ ਚੇਲੇ। ਦੇਖੋ ਦਰਸ਼ਨ ਵਰਨ ਕਹਿੰਦੇ ਦੇਖੋ ਕਿੰਨੇ ਹੀ ਜਿਹੜੇ ਹਨ ਦਰਸ਼ਨ ਹਨ। 6 ਦਰਸ਼ਨ ਤਾਂ ਜਿਹੜੇ ਵੱਡੇ ਹਨ, ਉਸ ਤੋਂ ਇਲਾਵਾ ਵੀ ਕਿੰਨੇ ਹੀ ਦਰਸ਼ਨ ਬਣੇ ਹੋਏ ਹਨ। ਮਤਲਬ ਕਿ ਇਹਨਾਂ ਨੂੰ ਕਹਿ ਲਈਏ ਸਬ ਡਿਵੀਜ਼ਨਸ ਆਫ ਫੇਥ ਜਿਹੜੇ ਹਨ ਰਿਲੀਜਨ ਦੇ ਛੋਟੇ ਫਿਰਕੇ ਬਣੇ ਹੋਏ ਹਨ ਬਹੁਤ ਜ਼ਿਆਦਾ। ਕਹਿੰਦੇ ਵਰਨ, ਹੁਣ ਇਹ ਵਰਨਾਂ ਦੇ ਵਿੱਚ ਵੀ ਵੰਡੇ ਹੋਏ ਹਨ ਤੇ ਗੁਰੂ ਬਹੁਤ ਚੇਲੇ, ਤੇ ਇਹਨਾਂ ਦੇ ਗੁਰੂ ਵੀ ਬਹੁਤ ਹਨ ਤੇ ਚੇਲੇ ਵੀ ਬੜੇ ਹਨ। ਸੋ ਇਸ ਤਰ੍ਹਾਂ ਕਰਕੇ ਇਹ ਦੁਨੀਆ ਦਾ ਜਿਹੜਾ ਪ੍ਰਚਾਰ ਹੋ ਰਿਹਾ ਹੈ ਕਹਿੰਦੇ ਇਹ ਖਿੰਡਿਆ ਹੋਇਆ ਹੈ। ਸਾਰੇ ਲੋਕ ਆਪੋ ਆਪਣਾ ਹੀ ਪ੍ਰਚਾਰ ਕਰਦੇ ਹਨ। 6 ਦਰਸ਼ਨਾਂ ਦੇ ਜੋ 6 ਸ਼ਾਸਤਰ ਹਨ, 6 ਸ਼ਾਸਤਰਾਂ ਦੇ ਵਿੱਚ ਜਿਹੜਾ ਰਿਸ਼ੀ ਮੁਨੀਆਂ ਨੇ ਜਿਹੜਾ ਹਨ ਵੇਦਾਂ ਤੋਂ ਜਿਹੜਾ ਗਿਆਨ ਲੈ ਕਰਕੇ ਉਹਨਾਂ ਦੀ ਸੁਰਤੀਆਂ ਨੂੰ ਲੈ ਕਰਕੇ ਉਹਨਾਂ ਦਾ ਟ੍ਰਾਂਸਲੇਸ਼ਨ ਕੀਤਾ ਤੇ ਆਪਣੇ ਹਿਸਾਬ ਨਾਲ ਉਹਨਾਂ ਨੇ ਗਿਆਨ ਨੂੰ ਜਿਹੜਾ ਹੈ ਪ੍ਰਚਾਰਿਆ। ਸੋ ਕਹਿੰਦੇ ਇਸ ਕਰਕੇ ਕਹਿੰਦੇ ਸੋਚਣੀ ਵਾਲੇ ਬੰਦੇ ਬਹੁਤ ਸਾਰੇ ਬਣ ਗਏ। ਕਈ ਲੋਕ ਦੀ ਸੋਚਣੀ ਜਿਹੜੀ ਹੈ ਬੜੀ ਵੱਖਰੀ ਹੈ ਇੱਕ ਦੂਜੇ ਨਾਲੋਂ। ਇਸ ਕਰਕੇ ਕਹਿੰਦੇ ਬੜੇ ਗੁਰੂ ਵੀ ਬਣ ਗਏ ਤੇ ਉਹਨਾਂ ਦੇ ਚੇਲੇ ਵੀ ਬਹੁਤ ਹੋ ਗਏ। ਪੂਰਾ ਸਤਿਗੁਰ ਗੁਰਾਂ ਗੁਰ। ਪਰ ਦੇਖੋ ਪੂਰਾ ਗੁਰੂ ਤਾਂ ਗੁਰੂ ਨਾਨਕ ਦੇਵ ਜੀ ਹਨ। ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਹਨ, ਕਿਉਂਕਿ ਕਹਿੰਦੇ ਗੁਰਾਂ ਸਿਰ ਗੁਰੂ ਨਾਨਕ ਹੈ। ਕਿਉਂਕਿ ਗੁਰੂ ਨਾਨਕ ਅੱਗੇ ਕੋਈ ਟਿਕਿਆ ਨਹੀਂ। ਵੱਡੇ ਤੋਂ ਵੱਡਾ ਪੀਰ ਨੇ ਵੀ ਮੱਥਾ ਟੇਕਿਆ, ਵੱਡੇ ਤੋਂ ਵੱਡੇ ਪੰਡਤ ਨੇ ਵੀ ਮੱਥਾ ਟੇਕਿਆ, ਵੱਡੇ ਤੋਂ ਵੱਡੇ ਭਗਤ ਨੇ ਵੀ ਟੇਕਿਆ ਮੱਥਾ, ਵੱਡੇ ਤੋਂ ਵੱਡੇ ਰਾਜੇ ਨੇ ਵੀ ਮੱਥਾ ਟੇਕਿਆ। ਕਹਿੰਦੇ ਇਸ ਕਰਕੇ ਪੂਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਨ ਤੇ ਗੁਰ ਉਹ ਤਾਂ ਗੁਰਾਂ ਦੇ ਵੀ ਗੁਰੂ ਹਨ। ਮੰਤਰ ਮੂਲ ਗੁਰ ਬਚਨ ਸੁਹੇਲੇ। ਦੇਖੋ ਸੁਹੇਲੇ ਸੁਖ ਦੇਣ ਵਾਲਾ ਗੁਰੂ ਨਾਨਕ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੰਤਰ ਬਖਸ਼ਿਆ ਤੇ ਮੰਤਰ ਵੀ ਦੇਖੋ ਮਹਾਰਾਜ ਨੇ ਬੀਜ ਮੰਤਰ ਬਖਸ਼ਿਆ, ਇੱਕ ਓੰਕਾਰ, ਮਹਾ ਮੰਤਰ ਬਖਸ਼ਿਆ ਇੱਕ ਓੰਕਾਰ ਤੋਂ ਲੈ ਕੇ ਜਿਹੜਾ ਗੁਰਪ੍ਰਸਾਦ ਤੱਕ। ਫਿਰ ਮੂਲ ਮੰਤਰ ਬਖਸ਼ਿਸ਼ ਕੀਤਾ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ। ਫਿਰ ਮਾਲਾ ਮੰਤਰ ਬਖਸ਼ਿਆ ਜੋ ਸੰਪੂਰਨ ਜਪਜੀ ਸਾਹਿਬ ਦਾ ਪਾਠ ਹੈ। ਫਿਰ ਜਿਹੜਾ ਹੈ ਗੁਰਮੰਤਰ ਹੈ ਵਾਹਿਗੁਰੂ। ਸੋ ਇਸ ਤਰ੍ਹਾਂ ਕਰਕੇ 5 ਮੰਤਰ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਵੀ ਬਖਸ਼ਿਸ਼ ਕੀਤੇ। ਤੋ ਇਹਨਾਂ ਦੇ ਜਿਹੜੇ ਹਨ ਜਪਣ ਦਾ ਵੀ ਮਹਾਰਾਜ ਨੇ ਆਦੇਸ਼ ਦਿੱਤਾ। ਸੋ ਇੱਥੇ ਜਿਹੜਾ ਹੈ ਕਹਿੰਦੇ ਪੂਰਾ ਗੁਰੂ
ਗੁਰਾਂ ਗੁਰ ਮੰਤਰ, ਕਹਿੰਦੇ ਕਿ ਸਤਿਗੁਰਾਂ ਦਾ ਮੰਤਰ ਜਿਹੜਾ ਮੂਲ, ਉਹ ਸਾਰਿਆਂ ਦਾ ਮੂਲ ਹੈ, ਸਾਰਿਆਂ ਦਾ ਜੜ ਹੈ। ਕਹਿੰਦੇ ਇਹ ਮੂਲ ਜਿਹੜੇ ਹਨ, ਮੂਲ ਦੀ ਚੀਜ਼ ਹੁੰਦੇ ਜਿੱਥੋਂ ਸਭ ਕੁਝ ਸ਼ੁਰੂ ਹੁੰਦਾ ਹੈ। ਕਹਿੰਦੇ ਦੁਨੀਆ ਦਾ ਮੂਲ ਹੀ ਗੁਰੂ ਜਿਹੜਾ ਹਨ ਮਹਾਰਾਜ ਦੇ ਬਖਸ਼ੇ ਹੋਏ ਮੰਤਰ ਹਨ। ਸੋ ਇਸ ਤਰ੍ਹਾਂ ਕਰਕੇ ਬਚਨ ਸੁਹੇਲੇ, ਤੇ ਇਹ ਮਹਾਰਾਜ ਨੇ ਇਹ ਉਪਦੇਸ਼ ਸੁਹੇਲੇ, ਸੌਖੇ, ਸਿੱਧੇ ਪੱਧਰੇ, ਸਿੱਧੇ ਸਮਝਣ ਵਾਲੇ ਉਹ ਜਿਹੜੇ ਹਨ ਉਹ ਸ਼ਬਦਾਂ ਵਿੱਚ ਸਤਿਗੁਰਾਂ ਨੇ ਆਪਣੇ ਬਚਨ ਗੁਰਬਾਣੀ ਰਾਹੀਂ ਆਪਾਂ ਨੂੰ ਇਹ ਦਰਸਾਇਆ ਹੈ। ਅਕਥ ਕਥਾ ਗੁਰ ਸ਼ਬਦ ਹੈ। ਇਸ ਕਰਕੇ ਗੁਰੂ ਸ਼ਬਦ ਦੀ ਕਥਾ ਜਿਹੜੀ ਅਕਥ ਹੈ, ਗੁਰੂ ਦੇ ਸ਼ਬਦ ਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਕਰਕੇ ਜੇ ਕੋਈ ਕਹਿ ਦੇਵੇ ਜੀ ਆਹ ਫਲਾਣੇ ਸ਼ਬਦ ਦਾ ਗੁਰਬਾਣੀ ਦਾ ਇਹੀ ਅਰਥ ਹੈ, ਹੋਰ ਨਹੀਂ ਹੋ ਸਕਦਾ, ਤੇ ਇੰਨੀ ਡੂੰਘਾਈ ਤੱਕ ਹੀ ਜਾ ਸਕਦੇ ਆ, ਉਤੋਂ ਵੱਧ ਨਹੀਂ ਜਾ ਸਕਦੇ, ਐਸਾ ਨਹੀਂ ਹੋ ਸਕਦਾ। ਕਿਉਂਕਿ ਗੁਰੂ ਸ਼ਬਦ, ਗੁਰੂ ਦਾ ਬਚਨ, ਗੁਰੂ ਦੀ ਉਚਾਰੀ ਹੋਈ ਗੁਰਬਾਣੀ, ਧੁਰ ਕੀ ਬਾਣੀ ਆਈ ਤਿਨ ਸਗਲੀ ਜੰਤ ਮਟਾਈ। ਵਾਹੋ ਵਾਹੋ ਗੁਰਬਾਣੀ ਨਿਰੰਕਾਰ ਹੈ। ਸੋ ਗੁਰਬਾਣੀ ਹੀ ਨਿਰੰਕਾਰ ਹੈ, ਪਰਮੇਸ਼ਰ ਸਰੂਪ ਹੈ। ਇਸ ਕਰਕੇ ਉਹ ਅਕਥ ਦੀ ਕਥਾ ਹੈ, ਤੇ ਇੱਥੇ ਵੀ ਅਰਥ ਇਹ ਵੀ ਬਣਦਾ ਅਕਥ ਦੀ ਕਥਾ ਹੈ। ਸੋ ਜੇ ਅਕਥ ਜਿਹੜਾ ਪਰਮਾਤਮਾ ਨਹੀਂ ਡਿਸਕ੍ਰਾਈਬ ਕੀਤਾ ਜਾਂਦਾ, ਨਹੀਂ ਕਥਨ ਕੀਤਾ ਜਾਂਦਾ, ਜੇ ਅਗਰ ਉਸ ਨੂੰ ਕਥਨ ਕੀਤਾ ਹੈ, ਉਸ ਨੂੰ ਪ੍ਰਗਟ ਕੀਤਾ ਹੈ, ਤਾਂ ਗੁਰੂ ਸ਼ਬਦ ਹੈ। ਗੁਰੂ ਦੇ ਸ਼ਬਦ ਗੁਰਬਾਣੀ ਨੇ ਹੀ ਪਰਮਾਤਮਾ ਨੂੰ ਪ੍ਰਗਟ ਕੀਤਾ ਹੈ। ਇੱਥੋਂ ਤੱਕ ਕਿ ਪ੍ਰਗਟ ਹੀ ਨਹੀਂ ਕੀਤਾ, ਆਪ ਹੀ ਪ੍ਰਗਟ ਹੋ ਗਏ, ਆਪੇ ਪ੍ਰਗਟ ਹੋ ਕੇ ਆਪੇ ਹੀ ਆਪਣਾ ਗਿਆਨ ਬਖਸ਼ਿਸ਼ ਕੀਤਾ, ਆਪ ਹੀ ਆਪਣੇ ਬਚਨ ਪਰਮੇਸ਼ਰ ਆਪ ਹੀ ਬੋਲਦਾ ਹੈ। ਨੇਤ ਨੇਤ ਨਮੋ ਨਮੋ ਕੇਲੇ। ਇਸ ਕਰਕੇ ਕਹਿੰਦੇ ਆਨੰਦ ਸਰੂਪ ਹੈ, ਕੇਲੇ ਆਨੰਦ ਸਰੂਪ ਹੈ। ਉਹ ਪਰਮਾਤਮਾ ਜੋ ਆਨੰਦ ਸਰੂਪ ਹੈ, ਜਿਸ ਨੂੰ ਜਿਹੜਾ ਨੇਤ ਜਿਹੜੇ ਸਾਰੇ ਹੀ ਬ੍ਰਹਮਾ ਵਿਸ਼ਨੂੰ ਵਰਗੇ, ਮਹੇਸ਼ਰ ਵਰਗੇ, ਸ਼ਿਵ ਜੀ ਵਰਗੇ ਨੇਤ ਕਹਿੰਦੇ ਹਨ, ਜਿਨ੍ਹਾਂ ਨੂੰ ਜਿਹੜਾ ਹਨ ਬੇਅੰਤ ਕਿਹਾ ਹੈ, ਜਿਨ੍ਹਾਂ ਨੂੰ ਨਮਸਕਾਰ ਹੀ ਨਮਸਕਾਰ ਕਿਹਾ ਹੈ, ਉਹ ਸਰੂਪ ਪਰਮੇਸ਼ਰ ਦਾ ਗੁਰਬਾਣੀ ਹੈ। ਗੁਰਮੁਖ ਸੁਖ ਫਲ ਅੰਮ੍ਰਿਤ ਵੇਲੇ। ਸੋ ਇਹੀ ਗੁਰਬਾਣੀ ਦਾ ਜਾਪ ਗੁਰਸਿੱਖ ਕਰਦੇ ਹਨ। ਜੋ ਗੁਰਮੁਖ ਇਹ ਸੁੱਖ ਦਾ ਫਲ, ਇਹ ਪਰਮਾਤਮਾ ਦੇ ਨਾਮ, ਇਹ ਜਿਹੜਾ ਹਨ ਗੁਰਬਾਣੀ ਨੂੰ ਅੰਮ੍ਰਿਤ ਵੇਲੇ ਉੱਠ ਕਰਕੇ ਉਹ ਜਿਹੜੇ ਹਨ ਗੁਰਸਿੱਖ ਗੁਰਬਾਣੀ ਦਾ ਜਾਪ ਜਪਦੇ ਹਨ। ਤੇ ਅੰਮ੍ਰਿਤ ਵੇਲੇ ਇਹ ਮਨੁੱਖਾ ਜਨਮ ਰੂਪੀ ਜਿਹੜਾ ਅੰਮ੍ਰਿਤ ਵੇਲਾ ਹੈ, ਇਸ ਨੂੰ ਸੰਭਾਲ ਕੇ ਸਾਰੀ ਉਮਰ ਸਵਾਸ ਦੇ ਨਾਲ ਗੁਰਬਾਣੀ ਦਾ ਜਾਪ ਕਰਦੇ ਹਨ। ਸੋ ਗੁਰਸਿੱਖ ਇਸ ਪ੍ਰਕਾਰ ਕਰਕੇ ਵਡਭਾਗੇ ਹਨ, ਜਿਨ੍ਹਾਂ ਨੂੰ ਆਪ ਪਰਮੇਸ਼ਰ ਆਪ ਹੀ ਆਪਣੇ ਸ਼ਬਦਾਂ ਦੁਆਰਾ ਨਿਹਾਲ ਜਿਹੜਾ ਮੁਕਤ ਕਰਦਾ ਹੈ ਤੇ ਆਪਣੇ ਵਿੱਚ ਮਿਲਾਉਂਦਾ ਹੈ। ਅਕਥ ਕਥਾ ਗੁਰ ਸ਼ਬਦ ਹੈ, ਨੇਤ ਨੇਤ ਨਮੋ ਨਮੋ ਕੇਲੇ। ਗੁਰਮੁਖ ਸੁਖ ਫਲ ਅੰਮ੍ਰਿਤ ਵੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ